ਇੰਗਲੈਂਡ ਦੀ ਚਰਚ ਦਾ ਮੁਖੀਆ ਪੋਪ ਨਹੀਂ ਹੋਏਗਾ, ਕਿੰਗ ਹੋਏਗਾ ਹੈਨਰੀ 8ਵਾਂ। ਔਰ ਉਸ ਤੋਂ ਬਾਅਦ ਉਹਨੇ 6 ਆਰਟੀਕਲ ਪਾਸ ਕਰਤੇ ਕਿ ਜਾਨੀ ਸਾਰੇ ਅਧਿਕਾਰ ਆਪਣੇ ਹੱਥ ਦੇ ਵਿੱਚ ਲੈ ਲਏ। ਔਰ ਇੱਕ ਤਰੀਕੇ ਦੇ ਨਾਲ ਜਿਹੜੀ ਇੰਗਲੈਂਡ ਦੀ ਚਰਚ ਹੈ, ਇੰਗਲੈਂਡ ਨੂੰ ਅਸੀਂ ਬੇਟਾ ਵਰਡ ਐਂਗਲੀ ਵੀ ਯੂਜ਼ ਕਰਦੇ ਆਪਾਂ ਪੜ੍ਹਦੇ ਨਾ ਐਂਗਲੋ ਸਿੱਖ ਵਾਰ, ਠੀਕ ਹੈ। ਤੋ ਜਿਹੜੀ ਐਂਗਲੀਕਨ ਚਰਚ ਉਹਨਾਂ ਦੇ ਨਾਮ ਤੇ ਰੱਖ ਦਿੰਦੇ ਆ ਇੰਗਲੈਂਡ ਦੀ ਚਰਚ ਨੂੰ, ਉਹਦਾ ਮੁਖੀਆ ਬਣ ਗਿਆ ਹੈਨਰੀ 8ਵਾਂ। ਔਰ ਉਹਨੇ 1547 ਤੱਕ ਬੇਟਾ ਰਾਜ ਕੀਤਾ। ਉਸ ਤੋਂ ਬਾਅਦ ਜਿਹੜਾ ਅਗਲਾ ਕਿੰਗ ਆਇਆ ਉਹਨੇ ਤਾਂ ਸਟੈਬਲਿਸ਼ ਕਰਤਾ ਹੈਨਰੀ 8ਵੇਂ ਨੇ, ਲੇਕਿਨ ਜਿਹੜਾ ਅਗਲਾ ਕਿੰਗ ਆਇਆ ਉਹਦਾ ਨਾਮ ਸੀ ਐਡਵਰਡ 6ਵਾਂ। ਔਰ ਉਸ ਟਾਈਮ ਉਹਦੀ ਉਮਰ ਸਿਰਫ 9 ਸਾਲ ਦੀ ਸੀ। ਉਹਦੇ ਸਮੇਂ ਦੇ ਵਿੱਚ ਫਿਰ ਟਸਲ ਜਿਹੜੀ ਆ ਉਹ ਸਟਾਰਟ ਹੋ ਗਈ। ਔਰ ਉਹ ਟਸਲ ਬੇਟਾ ਐਂਗਲੀਕਨ ਚਰਚ ਤੇ ਕੈਥੋਲਿਕ ਚਰਚ ਵਿੱਚ ਵੱਧਦੀ ਚਲੀ ਗਈ। ਔਰ ਉਹਦੇ 'ਚ ਇੱਕ ਬੜਾ ਇੰਟਰਸਟਿੰਗ ਮੋੜ ਆਇਆ 1553 'ਚ। ਐਡਵਰਡ 6ਵੇਂ ਦੀ ਡੈਥ ਹੋ ਗਈ ਛੋਟੀ ਜਿਹੀ ਉਮਰ 'ਚ। ਉਹਦੀ ਵਾਈਫ ਸੀ ਕੁਈਨ ਮੈਰੀ। ਉਹਨੇ ਬੜੇ ਲੰਬੇ ਸਮੇਂ ਤੱਕ ਰਾਜ ਕੀਤਾ 25 ਸਾਲ 1553 ਤੋਂ 1588। ਉਹ ਰਾਜਕੁਮਾਰੀ ਬਣੀ। ਉਹ ਕੈਥੋਲਿਕ ਨੂੰ ਮੰਨਦੀ ਸੀ, ਜਦ ਕਿ ਪਿਛਲੇ 30-40 ਸਾਲਾਂ 'ਚ ਪ੍ਰੋਟੈਸਟ ਐਂਗਲੀਕਨ ਚਰਚ ਚੱਲ ਰਹੀ ਸੀ। ਹੁਣ ਉਹਨਾਂ ਵਿੱਚ ਟਸਲ ਜਦੋਂ ਸਟਾਰਟ ਹੋ ਗਈ, ਜਦੋਂ ਮੈਰੀ ਬਣ ਗਈ, ਉਹਨੇ ਕੀ ਕੀਤਾ, ਜਿੰਨੇ ਪੁਰਾਣੇ ਕਾਨੂੰਨ ਬਣਾਏ ਸੀਗੇ ਉਹ ਰੱਦ ਕਰਤੇ। ਸਪੇਨ ਦੇ ਰਾਜੇ ਫਿਲਿਪ ਸੈਕੰਡ ਦੇ ਨਾਲ ਉਹਦੀ ਸ਼ਾਦੀ ਹੋ ਗਈ, ਉਹ ਵੀ ਕੈਥੋਲਿਕ ਸੀ। ਔਰ ਉਹਨਾਂ ਨੇ ਬੇਟਾ ਕੀ ਕੀਤਾ ਕਿ ਜਿੰਨੇ ਲੋਕ ਕੈਥੋਲਿਕ ਦੇ ਵਿਰੋਧੀ ਸੀ ਉਹ ਮਾਰਨੇ ਸ਼ੁਰੂ ਕਰਤੇ। ਔਰ ਉਹਦਾ ਸਿੱਟਾ ਕੀ ਹੋਇਆ ਕਿ ਉਹਦਾ ਨਾਮ ਕਿਊਨ ਮੈਰੀ ਦੀ ਜਗ੍ਹਾ ਪੈ ਗਿਆ ਬਲੱਡੀ ਮੈਰੀ, ਖੂਨੀ ਮੈਰੀ। ਇੱਥੋਂ ਤੱਕ ਕਤਲੇਆਮ ਹੋਇਆ ਜੋ ਇੰਗਲੈਂਡ 'ਚ ਧਰਮ ਨੂੰ ਲੈ ਕੇ। ਜਦੋਂ ਕਿਊਨ ਮੈਰੀ ਦੀ ਡੈਥ ਹੋਈ ਤਾਂ ਅਗਲਾ ਉਹਦੇ ਜਿਹੜਾ ਉੱਤਰਾਧਿਕਾਰੀ ਬਣੀ ਉਹ ਸੀਗੀ ਐਲਿਜ਼ਾਬੈਥ, ਹੈਨਰੀ 8ਵੇਂ ਦੀ ਬੇਟੀ। ਹੁਣ ਜਦੋਂ ਹੈਨਰੀ 8ਵੇਂ ਦੀ ਬੇਟੀ ਆ ਗਈ, ਉਹਨੇ ਫੇਰ ਐਂਗਲੀਕਨ ਚਰਚ ਅਪਣਾ ਲਈ ਤੇ ਉਹਨੇ ਹੁਣ ਉਲਟਾ ਕੀ ਕੀਤਾ, ਕੈਥੋਲਿਕ ਮਾਰਨੇ ਸ਼ੁਰੂ ਕਰ। ਤੋ ਇਸ ਟਸਲ ਦੇ ਵਿੱਚੋਂ ਦੀ ਦੋ ਮਤ ਨਿਕਲੇ, ਐਂਗਲੀਕਨ ਚਰਚ ਤੇ ਕੈਥੋਲਿਕ ਚਰਚ। ਤੋ ਬੇਟਾ ਇਹ ਸੀਗਾ ਧਰਮ ਸੁਧਾਰ ਅੰਦੋਲਨ। ਹੁਣ ਬੇਟਾ ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਹੈ, ਜਦੋਂ ਕੋਈ ਧਰਮ ਦੇ ਵਿੱਚ ਸੁਧਾਰ ਅੰਦੋਲਨ ਚੱਲਦਾ ਹੈ ਔਰ ਇੱਕ ਨਵਾਂ ਮਤ ਪੈਦਾ ਹੁੰਦਾ ਹੈ ਤਾਂ ਉਹ ਸਿਰਫ ਨਵਾਂ ਮਤ ਹੀ ਨਹੀਂ ਅੱਗੇ ਵੱਧਦਾ, ਜਿਹੜਾ ਪੁਰਾਣਾ ਮਤ ਹੁੰਦਾ ਉਹਦੇ ਵਿੱਚ ਵੀ ਲੋਕ ਸੋਚਣ ਲੱਗ ਜਾਂਦੇ ਆ ਵੀ ਭਾਈ ਆਪਾਂ ਵੀ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਓ। ਇਹ ਕਿਉਂ ਨਵੇਂ ਮਤ ਪੈਦਾ ਹੋ ਰਹੇ ਨੇ, ਉਹਨਾਂ ਵਿੱਚੋਂ ਵੀ ਲੋਕ ਆਵਾਜ਼ ਉੱਠਣੀ ਸ਼ੁਰੂ ਕਰ ਦਿੰਦੇ ਆ। ਇਹ ਅਸੀਂ ਬਾਅਦ ਚ ਪੜਾਂਗੇ। ਇਹਨੂੰ ਕਹਿੰਦੇ ਵਿਰੋਧੀ ਧਰਮ ਸੁਧਾਰ ਅੰਦੋਲਨ, ਕਿ ਜਿਹੜਾ ਕੈਥੋਲਿਕ ਧਰਮ ਸੀ ਪੋਪ ਦਾ ਸੀ, ਉਹਨੇ ਵੀ ਆਪਣੇ ਵਿੱਚ ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਸੁਧਾਰਿਆ ਆਪਣੇ ਆਪ ਨੂੰ। ਵੀ ਇਹ ਨੌਬਤ ਕਿਉਂ ਆਈ ਉਹ ਅਸੀਂ ਬਾਅਦ ਚ ਪੜਾਂਗੇ। ਲੇਕਿਨ ਪਹਿਲਾਂ ਇਸ ਧਰਮ ਸੁਧਾਰ ਅੰਦੋਲਨ ਦੇ ਬੇਟਾ ਪ੍ਰਭਾਵ ਕੀ ਪਏ, ਬੜਾ ਸਿੱਧਾ ਪ੍ਰਭਾਵ ਹੈ ਕਿ ਜਿਹੜਾ ਧਰਮ ਸੀਗਾ ਦੋ ਹਿੱਸਿਆਂ 'ਚ ਵੰਡਿਆ ਗਿਆ, ਇੱਕ ਕੈਥੋਲਿਕ ਔਰ ਦੂਜਾ ਪ੍ਰੋਟੈਸਟੈਂਟ ਜਾਂ ਐਂਗਲੀਕਨ ਜਾਂ ਕੈਲਵਿਨ। ਉਸ ਤਰੀਕੇ ਦੇ ਬਣ ਗਏ, ਅਲੱਗ-ਅਲੱਗ ਬ੍ਰਾਂਚਿਸ ਬਣ ਗਈਆਂ, ਠੀਕ ਹੈ। ਲੂਥਰਿਜ਼ਮ, ਕੈਲਵਿਨਿਜ਼ਮ, ਪਿਊਰਿਟਨਿਜ਼ਮ, ਐਂਗਲੀਕਨਿਜ਼ਮ, ਅਸੀਂ ਇਹ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜੋ ਬਣੇ। ਦੂਜਾ ਪ੍ਰਭਾਵ ਵੀ ਬੇਟਾ ਅਸੀਂ ਪੜ੍ਹਿਆ ਕਿ ਇਸ ਦੇ ਨਾਲ ਆਪਸ ਦੇ ਵਿੱਚ ਖੂਨ ਖਰਾਬਾ ਹੋਇਆ ਬਲੱਡੀ ਮੈਰੀ ਔਰ ਐਲਿਜ਼ਾਬੈਥ ਦੇ ਸਮੇਂ ਦੇ ਵਿੱਚ। ਤੀਸਰਾ ਪ੍ਰਭਾਵ ਵੀ ਬੇਟਾ ਅਸੀਂ ਦੇਖਿਆ ਕਿ ਕੀ ਹੋਇਆ ਕਿ ਜਰਮਨੀ ਦੇ ਵਿੱਚ ਔਰ ਦੂਜੇ ਮੁਲਕਾਂ ਦੇ ਵਿੱਚ ਸਿਵਲ ਵਾਰ ਸਟਾਰਟ ਹੋਈਆਂ ਔਰ ਉਹਦੇ ਵਿੱਚ ਵੀ ਹਜ਼ਾਰਾਂ ਲੋਕਾਂ ਦਾ ਜਿਹੜਾ ਹੈਗਾ ਖੂਨ ਖਰਾਬਾ ਹੋਇਆ, ਕਤਲ ਕੀਤੇ ਗਏ। ਨੰਬਰ 4 ਬੇਟਾ ਇਹਦੇ 'ਚ ਪ੍ਰਭਾਵ ਕੀ ਪਿਆ ਕਿ ਇੱਕ ਲੜਾਈ ਸ਼ੁਰੂ ਹੋ ਗਈ ਅਖੀਰ 'ਚ ਹਿਊਮੈਨਿਸਟ ਵਰਸਸ ਪ੍ਰੋਟੈਸਟੈਂਟਸ। ਕਿ ਮਤ ਵੱਖਰਾ ਹੋ ਗਿਆ, ਠੀਕ ਹੈ, ਪਰ ਮਤ ਵੱਖਰਾ ਹੋਣਾ ਤਾਂ ਅੰਤਿਮ ਉਦੇਸ਼ ਨਹੀਂ, ਕਿਉਂਕਿ ਵਿਅਕਤੀ ਜ਼ਿਆਦਾ ਮੁੱਖ ਹੋਣਾ ਚਾਹੀਦਾ ਹੈ। ਵਿਅਕਤੀ ਦੇ ਜਿਹੜੇ ਇੰਟਰਸਟ ਨੇ ਉਹ ਸਾਹਮਣੇ ਹੋਣੇ ਚਾਹੀਦੇ ਨੇ। ਜਦ ਕਿ ਲੂਥਰ ਇਸ ਗੱਲ ਨੂੰ ਤਾਂ ਇਨਕਾਰ ਕਰਦਾ ਸੀ ਵੀ ਪੋਪ 'ਚ ਖਰਾਬੀਆਂ, ਚਰਚ 'ਚ ਖਰਾਬੀਆਂ, ਬਟ ਉਹ ਇਹ ਨਹੀਂ ਸੀ ਕਹਿੰਦਾ। ਉਹ ਕਹਿੰਦਾ ਸੀਗਾ ਕਿ ਜੋ ਗੋਡ ਹੈ ਉਹ ਸੁਪਰੀਮ ਹੈ। ਪਰ ਅਸੀਂ ਰੈਨੇਸਾਂ ਦੇ ਵਿੱਚ ਪੜ੍ਹਿਆ ਕਿ ਮਾਨਵਵਾਦ, ਮਾਨਵਤਾਵਾਦ ਵੀ ਉੱਭਰ ਆਇਆ ਸੀ। ਉਹ ਕਹਿੰਦੇ ਨਹੀਂ, ਗੋਡ ਹੈਗਾ ਜਾਂ ਨਹੀਂ ਆ ਪਤਾ ਨਹੀਂ, ਪਰ ਬੰਦਾ ਸੁਪਰੀਮ ਹੈ। ਬੰਦੇ ਨੂੰ ਕਸ਼ਟ ਨਹੀਂ ਹੋਣਾ ਚਾਹੀਦਾ, ਬੰਦੇ ਦੀ ਭਲਾਈ ਦਾ ਕੰਮ ਹੋਣਾ ਚਾਹੀਦਾ ਹੈ। ਈਸ਼ਵਰ ਦੀ ਆੜ ਵਿੱਚ ਬੰਦਾ ਦੁਖੀ ਨਹੀਂ ਹੋਣਾ ਚਾਹੀਦਾ।
ਇਹ ਵੀ ਇੱਕ ਟਸਲ ਉਸ ਵੇਲੇ ਬੇਟਾ ਚੱਲੀ। ਔਰ ਇੱਕ ਅਗਲਾ ਪੁਆਇੰਟ ਬੜਾ ਜਿਹੜਾ ਸੀ ਸ਼ੁਰੂ 'ਚ ਵੀ ਡਿਸਕਸ ਕੀਤਾ ਸੀਗਾ ਕਿ ਮੋਰੈਲਿਟੀ ਆਫ ਰਿਲੀਜਨ, ਧਰਮ ਦੀ ਨੈਤਿਕਤਾ ਤੇ ਜ਼ੋਰ ਆ ਗਿਆ ਕਿ ਧਰਮ ਉਹ ਹੋਏਗਾ ਜੋ ਨੈਤਿਕ ਹੋਏਗਾ, ਮੋਹ ਤੋਂ, ਲੋਭ ਤੋਂ, ਹੰਕਾਰ ਤੋਂ, ਕ੍ਰੋਧ ਤੋਂ ਮੁਕਤ ਹੋਏਗਾ, ਉਹੀ ਅਸਲੀ ਧਰਮ ਹੋਏਗਾ। ਔਰ ਇਸੇ ਕਰਕੇ ਜਦੋਂ ਇਹ ਟਸਲ ਹੋਈ ਤਾਂ ਹਰ ਲੋਕਾਂ ਨੇ ਕਿਹਾ ਵੀ ਹਾਂ ਵਿਅਕਤੀ ਦੀ ਇੰਪੋਰਟੈਂਸ, ਵਿਅਕਤੀ ਦੀ ਗਰੋਥ ਜਿਹੜੀ ਆ ਉਹ ਜ਼ਰੂਰੀ ਹੈ। ਇੰਡੀਵਿਜੂਅਲ ਮਹੱਤਵ ਜਿਹੜਾ ਸੀਗਾ ਉਹ ਵੱਧ ਗਿਆ ਔਰ ਲੋਕਾਂ ਦੇ ਡਿਵੈਲਪਮੈਂਟ ਦੀ ਗੱਲ ਹੋਣੀ ਸਟਾਰਟ ਹੋਈ। ਔਰ ਇੱਕ ਅਗਲਾ ਬੜਾ ਹੋਇਆ ਕਿ ਲੋਕਾਂ ਨੇ ਹੁਣ ਧਰਮ ਨੂੰ ਸਹਿਣਾ ਸਿੱਖ ਲਿਆ। ਧਰਮ ਨੂੰ ਸਹਿਣ ਦਾ ਮਤਲਬ ਇਹ ਨਹੀਂ ਕਿ ਕੋਈ ਗਲਤ ਚੀਜ਼, ਧਰਮ ਨੂੰ ਸਹਿਣ ਦਾ ਮਤਲਬ ਵੀ ਜੇ ਦੂਜਾ ਕੋਈ ਅਲੱਗ ਢੰਗ ਨਾਲ ਰਹਿੰਦਾ ਹੈ, ਅਲੱਗ ਢੰਗ ਨਾਲ ਪੂਜਾ ਕਰਦਾ ਹੈ, ਅਲੱਗ ਢੰਗ ਨਾਲ ਜੀਵਨ ਬਤੀਤ ਕਰਦਾ ਹੈ, ਤੇ ਲੋਕਾਂ ਨੇ ਉਹਨੂੰ ਸਮਝ ਲਿਆ ਔਰ ਸਿੱਖ ਲਿਆ ਵੀ ਇਹ ਵੀ ਕਰ ਲਵੇ, ਠੀਕ ਹੈ, ਅਸੀਂ ਆਪਣਾ ਕਰੀਏ ਜਾਂ ਆਪਣਾ ਕਰੀਏ, ਯਾਨੀ ਇਕੱਠੇ ਰਹਿਣ ਦੀ ਭਾਵਨਾ ਸਿੱਖ ਲਈ। ਇਹ ਨਹੀਂ ਹੈ ਵੀ ਮੇਰੇ ਢੰਗ ਨਾਲ ਹੀ ਰਹੋ। ਇਹਨੂੰ ਕਹਿੰਦੇ ਆ ਕਿ ਧਾਰਮਿਕ ਸਹਿਣਸ਼ੀਲਤਾ ਜਿਹੜੀ ਆ ਉਹ ਡਿਵੈਲਪ ਹੋਈ। ਉਸ ਤੋਂ ਬਾਅਦ ਬੇਟਾ ਐਜੂਕੇਸ਼ਨ ਫੈਲੀ, ਵੱਖ-ਵੱਖ ਯੂਨੀਵਰਸਿਟੀਜ਼ ਬਣੀਆਂ, ਵੱਖ-ਵੱਖ ਯੂਨੀਵਰਸਿਟੀਜ਼ 'ਚ ਇਹਨਾਂ ਵੱਖ-ਵੱਖ ਪ੍ਰਚਾਰ ਹੋਏ। ਔਰ ਜਦੋਂ ਐਜੂਕੇਸ਼ਨ ਫੈਲਦੀ ਹੈ, ਇੱਕ ਹੋਰ ਚੀਜ਼ ਧਿਆਨ 'ਚ ਰੱਖਣੀ, ਦੇਸੀ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਕਿਉਂਕਿ ਸਾਡੀ ਕੋਸ਼ਿਸ਼ ਉਦੋਂ ਕੀ ਹੁੰਦੀ ਹੈ ਕਿ ਹਰ ਵਿਚਾਰ ਵਿਅਕਤੀ ਦੀ ਆਮ ਭਾਸ਼ਾ 'ਚ ਵਿਅਕਤੀ ਤੱਕ ਪਹੁੰਚਣਾ ਸਟਾਰਟ ਹੋ ਜਾਏ। ਔਰ ਇਸ ਕਰਕੇ ਲੈਟਿਨ ਭਾਸ਼ਾ 'ਚ, ਇੰਗਲਿਸ਼ 'ਚ, ਜਰਮਨੀ 'ਚ, ਹੋਰ ਦੇਸੀ ਭਾਸ਼ਾਵਾਂ ਦੇ ਵਿੱਚ ਉਹਦੇ ਟਰਾਂਸਲੇਸ਼ਨਸ ਹੋਈਆਂ। ਔਰ ਜਦੋਂ ਬੇਟਾ ਇਹ ਚਰਚਾਵਾਂ ਚੱਲਦੀਆਂ ਤਾਂ ਸਿਰਫ ਲਿਟਰੇਚਰ ਦੇ ਰਾਹੀਂ, ਸਾਹਿਤ ਦੇ ਰਾਹੀਂ, ਕਿਤਾਬਾਂ ਦੇ ਰਾਹੀਂ, ਆਰਟੀਕਲਸ ਦੇ ਰਾਹੀਂ, ਨਿਊਜ਼ਪੇਪਰ ਦੇ ਰਾਹੀਂ ਨਹੀਂ ਫੈਲਦੀਆਂ, ਈਵਨ ਸਿੰਬਲ ਵੀ ਬਣਦੇ, ਮੂਰਤੀਆਂ, ਪੇਂਟਿੰਗਸ, ਇਹਨਾਂ ਦੇ ਰਾਹੀਂ ਵੀ ਇਹ ਪ੍ਰਚਾਰ ਸਟਾਰਟ ਹੋ ਜਾਂਦਾ ਹੈ। ਔਰ ਇਹਦਾ ਬੇਟਾ ਇੱਕ ਫਰਕ ਹੋਰ ਵੀ ਪਿਆ ਕਿਉਂਕਿ ਹਰ ਮਤ ਖੁੱਲੇ ਦੌਰ ਨਾਲ ਸੋਚਣ ਲੱਗਿਆ, ਤੇ ਜਿਹਦੇ ਨਾਲ ਜਦੋਂ ਖੁੱਲੇ ਢੰਗ ਨਾਲ ਸੋਚਦੇ ਹਾਂ ਤਾਂ ਬੇਟਾ ਉਹਦਾ ਇੰਪੈਕਟ ਕੀ ਪੈਂਦਾ ਕਿ ਵਪਾਰ ਵੱਧਦਾ ਹੈ, ਕਮਰਸ ਵੱਧਦਾ ਹੈ। ਉਹ ਦੂਜੇ ਮੁਲਕਾਂ ਦੇ ਵਿੱਚ ਇਸ ਵਿਚਾਰ ਨੂੰ ਲੈ ਕੇ ਜਾਂਦੇ ਆ। ਜਦੋਂ ਦੂਜੇ ਮੁਲਕਾਂ 'ਚ ਜਾਣਾ ਤਾਂ ਕਿਸੇ ਨਾ ਕਿਸੇ ਰੂਟ ਰਾਹੀਂ ਜਾਣਾ, ਕਿਸੇ ਨਾ ਕਿਸੇ ਉਦੇਸ਼ ਰਾਹੀਂ ਜਾਣਾ, ਤਾਂ ਉਹਦੇ ਨਾਲ ਟ੍ਰੇਡ ਐਂਡ ਕਾਮਰਸ ਜਿਹੜਾ ਸੀ ਉਹ ਫੈਲਿਆ। ਔਰ ਹਲਕੇ ਅਲਟੀਮੇਟਲੀ ਉਹਨੇ ਜਿਵੇਂ ਤੁਸੀਂ ਕਹਿ ਲਓ ਵੀ ਪੂੰਜੀਵਾਦ ਨੂੰ ਵੀ ਜਨਮ ਦਿੱਤਾ। ਇੰਡਸਟਰੀਆਂ ਲੱਗੀਆਂ ਔਰ ਬਾਅਦ ਦੇ ਵਿੱਚ ਅਗਲੇ ਚੈਪਟਰਸ ਦੇ ਵਿੱਚ ਅਸੀਂ ਉਸ ਨੂੰ ਪੜ੍ਹਾਂਗੇ। ਸਾਡਾ ਇੱਕ ਪੂਰਾ ਟੌਪਿਕ ਹੈ ਇੰਡਸਟਰੀਅਲ ਰੈਵੋਲੂਸ਼ਨ ਦਾ, ਅਸੀਂ ਉਹਦੇ ਵਿੱਚ ਇਸ ਨੂੰ ਪੜ੍ਹਾਂਗੇ। ਔਰ ਰਾਜਨੀਤਿਕ ਤੌਰ ਦੇ ਉੱਤੇ ਬੇਟਾ ਅਸੀਂ ਪੜ੍ਹਿਆ ਕਿ ਵੱਖ-ਵੱਖ ਮੁਲਕਾਂ ਦੇ ਵਿੱਚ ਧਾਰਮਿਕ ਯੁੱਧ ਹੋਏ, ਅੰਦਰੂਨੀ ਯੁੱਧ ਵੀ ਹੋਏ। ਸਪੇਨ 'ਚ ਹੋਇਆ, ਇੰਗਲੈਂਡ 'ਚ ਅਸੀਂ ਹੁਣੇ ਪੜ੍ਹਿਆ ਕਿਊਨ ਮੈਰੀ ਔਰ ਉਹਨਾਂ ਵਿੱਚ ਸੰਘਰਸ਼ ਚੱਲਦਾ ਰਿਹਾ। ਰਾਸ਼ਟਰਵਾਦ ਦੀ ਭਾਵਨਾ ਪ੍ਰਚਲਿਤ ਹੋਈ, ਇਹ ਵੀ ਅਸੀਂ ਪੜ੍ਹਿਆ ਹੈਗਾ। ਨਵਾਂ ਇੱਕ ਦੌਰ ਸਟਾਰਟ ਹੋਇਆ ਜਿਹਦੇ 'ਚ ਪੋਪ ਦੀ ਤਾਕਤ ਘਟੀ ਤੇ ਜਿਹੜੀਆਂ ਰਾਸ਼ਟਰ ਦੀਆਂ ਚਰਚਾਂ ਸੀ, ਹਰ ਮੁਲਕ ਦੀਆਂ ਆਪਣੀਆਂ ਚਰਚਾਂ ਸੀ, ਉਹਨਾਂ ਦੀ ਤਾਕਤ ਵਧੀ। ਔਰ ਜਦੋਂ ਬੇਟਾ ਲੋਕਾਂ ਦੀ ਆਵਾਜ਼ ਉੱਠਦੀ ਹੈ ਤਾਂ ਅਲਟੀਮੇਟਲੀ ਜਿਹੜੇ ਮੁਲਕ ਨੇ ਉਹ ਕਈ ਸੌ ਸਾਲਾਂ ਬਾਅਦ ਕਿੱਧਰ ਨੂੰ ਵਧੇ? ਲੋਕਤੰਤਰ ਵਾਲੇ ਪਾਸੇ ਵਧੇ। ਕਿ ਲੋਕਾਂ ਦੇ ਮੁਤਾਬਿਕ ਧਰਮ ਹੀ ਨਹੀਂ, ਚਰਚ ਹੀ ਨਹੀਂ, ਈਵਨ ਰਾਜ ਵੀ ਲੋਕਾਂ ਦੇ ਮੁਤਾਬਿਕ ਬੰਨੇ ਚਾਹੀਦੇ। ਔਰ ਉਹਦੇ ਨਾਲ ਧਰਮ ਨਿਰਪੇਸ਼ਤਾ ਵੀ ਆਈ ਕਿਉਂਕਿ ਇੱਕ ਦੂਜੇ ਨਾਲ ਰਹਿਣਾ ਸਿੱਖ ਲਿਆ। ਔਰ ਬੇਟਾ ਜਦੋਂ ਰਾਜੇ ਸਟਰੋਂਗ ਹੋ ਗਏ ਤਾਂ ਅਸੀਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਉਹਨਾਂ ਨੇ ਦੂਜੇ ਮੁਲਕਾਂ ਤੇ ਕਬਜ਼ੇ ਕਰਨੇ ਸਟਾਰਟ ਕੀਤੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬਸਤੀਵਾਦ। ਔਰ ਉਹਨੇ ਬਸਤੀਵਾਦ ਨੂੰ ਵੀ ਜਨਮ ਦਿੱਤਾ। ਠੀਕ ਹੈ, ਤਾਂ ਇਹ ਸੀ ਬੇਟਾ ਰੈਫਰਮੇਸ਼ਨ ਦਾ। ਇਹਦਾ ਇੱਕ ਛੋਟਾ ਜਿਹਾ ਟੌਪਿਕ ਹੋਰ ਹੈ, ਉਹਨੂੰ ਆਪਾਂ ਪਰਸੋਂ ਕਰਾਂਗੇ। ਉਹ ਹੈ ਕਾਊਂਟਰ ਰੈਫਰਮੇਸ਼ਨ, ਕਿ ਹੁਣ ਕੈਥੋਲਿਕ ਧਰਮ ਨੇ ਆਪਣੇ ਆਪ ਨੂੰ ਬਚਾਉਣ ਲਈ ਕੀ ਕੀਤਾ। ਉਹਨੂੰ ਕਹਿੰਦੇ ਵਿਰੋਧੀ ਧਰਮ ਸੁਧਾਰ ਅੰਦੋਲਨ। ਠੀਕ ਹੈ, ਤਾਂ ਅੱਜ ਅਸੀਂ ਇਹਨੂੰ ਇੱਥੇ ਇੰਨਾ ਹੀ ਕਰਾਂਗੇ। ਤਾਂ ਕੱਲ ਕਿਉਂਕਿ ਮੈਨੂੰ ਕਾਲਜ ਦੇ ਵਿੱਚ ਕੰਮ ਰਹੇਗਾ ਤੇ ਕੱਲ ਹੋ ਸਕਦਾ ਕਿ ਕਲਾਸ ਆਪਣੀ ਨਾ ਲੱਗੇ, ਤੇ ਆਪਾਂ ਇਸੇ ਕਰਕੇ ਅੱਜ ਸੰਡੇ ਨੂੰ ਲਗਾਈ ਹੈ। ਤੇ ਬਾਕੀ ਇਹਨੂੰ ਮੰਗਲਵਾਰ ਨੂੰ ਫਿਰ ਅਸੀਂ ਇਸੇ ਢੰਗ ਦੇ ਨਾਲ ਆਪਣਾ ਅਗਲਾ ਟੌਪਿਕ ਕਰਾਂਗੇ। ਠੀਕ ਹੈ ਵੀ? ਓਕੇ, ਥੈਂਕ ਯੂ, ਥੈਂਕ ਯੂ, ਥੈਂਕ ਯੂ।